बिस्मिल्लाहिर्रहमानिर्रहीम। ਅੱਜ ਅਸੀਂ ਇੱਕ ਬੜਾ ਇੰਪੋਰਟੈਂਟ ਟੌਪਿਕ ਜਿਹੜਾ ਹੈ ਉਹ ਡਿਸਕਸ ਕਰਨ ਲੱਗੇ ਹਾਂ ਔਰ ਅਗਲੇ ਚੰਦ ਮਿੰਟ ਤੱਕ ਅਸੀਂ ਇੱਕ ਬੜਾ ਅਹਿਮ ਕੈਰੀਅਰ ਦੇ ਹਿਸਾਬ ਨਾਲ ਔਰ ਡਾਕਟਰਾਂ ਦਾ ਇੱਕ ਕਨਫਿਊਜ਼ਨ ਜਿਹੜੀ ਹੈ ਉਹ ਵੀ ਅਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਸਵਾਲ ਹੈ ਵੀ ਕਿ ਅਗਰ ਹਰ ਫੀਲਡ ਹਰ ਜਿਹੜੀ ਮੈਡੀਸਨ ਜਾਂ ਸਰਜਰੀ ਡਿਪਾਰਟਮੈਂਟ ਦੇ ਵਿੱਚ ਸਪੈਸ਼ਲਿਟੀਜ਼ ਬਣ ਗਈਆਂ ਨੇ ਤੇ ਫਿਰ ਜਨਰਲ ਮੈਡੀਸਨ ਦਾ ਤੇ ਜਨਰਲ ਸਰਜਰੀ ਦਾ ਕੀ ਮਕਸਦ ਹੈ। ਅੱਜ ਅਸੀਂ ਇਹ ਆਪਣੇ ਜਿਹੜੇ ਯੰਗ ਕੰਸਲਟੈਂਟਸ ਨੇ ਯੰਗ ਡਾਕਟਰਸ ਨੇ ਉਹਨਾਂ ਦੇ ਵਾਸਤੇ ਅਸੀਂ ਇਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡਾ ਹੈਲਥ ਕੇਅਰ ਬਿਹਤਰ ਹੋਵੇ, ਸਾਡਾ ਨਿਜ਼ਾਮ ਬਿਹਤਰ ਹੋਵੇ ਔਰ ਉਹਨਾਂ ਦਾ ਵੀ ਕਨਸੈਪਟ ਕਲੀਅਰ ਹੋ ਜਾਵੇ। ਤੁਸੀਂ ਜਦੋਂ ਜਨਰਲ ਮੈਡੀਸਨ MBBS ਤੋਂ ਬਾਅਦ ਤੁਸੀਂ ਇੱਕ ਪਲਾਨ ਕਰਦੇ ਹੋ ਇੰਟਰਨਲ ਮੈਡੀਸਨ 'ਚ ਸਪੈਸ਼ਲਾਈਜੇਸ਼ਨ ਕਰਨ ਵਾਸਤੇ ਤੇ ਤੁਹਾਡੇ ਜ਼ਿਹਨ ਦੇ ਵਿੱਚ ਦੋ ਬੁਨਿਆਦੀ ਸਪੈਸ਼ਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਉਹ ਦੋ ਸਪੈਸ਼ਲਿਟੀਜ਼ ਕਿਹੜੀਆਂ ਨੇ? ਇੱਕ ਇੰਟਰਨਲ ਮੈਡੀਸਨ ਵਿਦ ਸਪੈਸ਼ਲ ਇੰਟਰਸਟ ਇਨ gastroenterology and hepatology ਜਾਂ ਜਨਰਲ ਮੈਡੀਸਨ ਵਿਦ ਸਪੈਸ਼ਲ ਇੰਟਰਸਟ ਇਨ ਐਂਡੋਕ੍ਰਾਈਨੋਲੋਜੀ। ਤੁਸੀਂ ਡਿਊਰਿੰਗ ਆਪਣੀ ਟ੍ਰੇਨਿੰਗ ਡਿਊਰਿੰਗ ਆਪਣੀ ਜਿਹੜੀ ਤੁਹਾਡੀ ਰੈਜ਼ੀਡੈਂਸੀ ਉਹਦੇ ਦੌਰਾਨ ਤੁਸੀਂ ਇੱਕ ਕਲੀਅਰ ਕਰ ਲੈਣਾ ਚਾਹੀਦਾ ਤੁਹਾਨੂੰ ਆਪਣਾ ਜ਼ਿਹਨ ਕਿ ਤੁਸੀਂ ਤੁਹਾਡਾ ਜਿਹੜਾ ਇੱਕ ਤਬੀਅਤ ਹੈ ਉਹ ਕਿਹੜੇ ਫੀਲਡ ਵਿੱਚ ਜਾਣ ਵਾਸਤੇ ਹੈ। ਔਰ ਤੁਸੀਂ ਜਨਰਲ ਮੈਡੀਸਨ ਜਦੋਂ ਫੈਲੋਸ਼ਿਪ ਕਰ ਲੈਂਦੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਫੀਲਡ ਜਾਂਦੇ ਹੋ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੇ ਜਨਰਲ ਮੈਡੀਸਨ 'ਚ ਕਵਰ ਕਰਨੀਆਂ ਨੇ, ਲੇਕਿਨ ਜਿਹੜਾ ਤੁਹਾਡਾ ਇੰਟਰਸਟ ਹੈ ਉਹਨੂੰ ਤੁਸੀਂ ਸਪੈਸੀਫਾਈ ਕਰਨਾ ਜ਼ਰੂਰੀ ਹੈ ਤੁਹਾਡੇ ਵਾਸਤੇ। ਉਹਦੇ ਵਿੱਚ ਇਹ ਵੇ ਕਿ ਉਹਦੇ ਵਿੱਚ ਉਹ ਡਾਕਟਰਸ ਉਹ ਕੰਸਲਟੈਂਟਸ ਜਿਹੜੇ ਜਨਰਲ ਮੈਡੀਸਨ ਵਿਦ ਸਪੈਸ਼ਲ ਇੰਟਰਸਟ ਇਨ ਗੈਸਟਰੋਐਂਟਰੋਲੋਜੀ ਐਂਡ ਹੈਪਾਟੋਲੋਜੀ ਹੁੰਦੇ ਨੇ ਉਹ ਫਿਰ ਜਨਰਲ ਮੈਡੀਸਨ ਦਾ ਉਹ ਪਾਰਟ ਜਿਹੜਾ ਮਿਹਦੇ ਆਂਤ ਔਰ ਜਿਗਰ ਦੇ ਮੁਤੱਲਿਕ ਹੈ ਉਹਨਾਂ ਦੇ ਵਿੱਚ ਉਹ ਆਪਣੇ ਜਿਹੜੇ ਸਪੈਸ਼ਲਿਸਟ ਹੁੰਦੇ ਨੇ ਜਿਨ੍ਹਾਂ ਨੇ ਪਾਰਟਿਕੂਲਰਲੀ ਜਨਰਲ ਮੈਡੀਸਨ ਆਪਣਾ ਗੈਸਟਰੋਐਂਟਰੋਲੋਜੀ ਔਰ ਹੈਪਾਟੋਲੋਜੀ ਦੇ ਵਿੱਚ ਸਪੈਸ਼ਲਾਈਜ਼ ਕੀਤੀ ਹੁੰਦੀ ਹੈ ਉਹਨਾਂ ਦੇ ਨਾਲ ਫਿਰ ਉਹ ਮਿਲ ਕੇ ਕੰਮ ਕਰਦੇ ਨੇ ਔਰ ਉਹ ਇੱਕ ਫਿਰ ਡਿਪਾਰਟਮੈਂਟ ਬਣਦਾ ਹੈ ਔਰ ਉਸ ਡਿਪਾਰਟਮੈਂਟ ਦੇ ਵਿੱਚ ਫਿਰ ਜਨਰਲ ਮੈਡੀਸਨ ਵਾਲੇ ਜਿਹੜੇ ਨੇ ਉਹ ਜਨਰਲ ਮੈਡੀਸਨ ਦਾ ਉਹ ਪਾਰਟ ਜਿਹੜਾ GI ਹੈਪਾਟੋਲੋਜੀ ਦੇ ਬਾਰੇ 'ਚ ਉਹ ਕਵਰ ਕਰਦੇ ਨੇ ਔਰ ਜਿਹੜੇ ਬਾਕੀ ਦੂਸਰੇ ਡਾਕਟਰਸ ਦੇ ਨਾਲ ਮਿਲ ਕੇ ਉਹ ਕੰਮ ਕਰਦੇ ਨੇ, ਰਿਸਰਚ ਕਰਦੇ ਨੇ ਔਰ ਉਸ ਡਿਪਾਰਟਮੈਂਟ ਨੂੰ ਫਿਰ ਅੱਗੇ ਲੈ ਕੇ ਚੱਲਦੇ ਨੇ। ਦੂਸਰੇ ਜਿਹੜੇ ਫੈਲੋਜ਼ ਹੁੰਦੇ ਨੇ ਜਿਹੜੇ ਜਨਰਲ ਮੈਡੀਸਨ ਦੇ ਵਿੱਚ ਜਾ ਕੇ ਔਰ FCPS ਕਰਕੇ ਔਰ ਸਪੈਸ਼ਲ ਇੰਟਰਸਟ ਇਨ ਐਂਡੋਕ੍ਰਾਈਨੋਲੋਜੀ ਹੁੰਦੇ ਨੇ ਉਹ ਫਿਰ ਅੱਗੇ ਐਂਡੋਕ੍ਰਾਈਨੋਲੋਜੀ ਪਾਰਟ ਜਿਹੜਾ ਜਨਰਲ ਮੈਡੀਸਨ ਦਾ ਹੈ ਉਹਨੂੰ ਲੈ ਕੇ ਚੱਲਦੇ ਨੇ ਔਰ ਆਪਣੇ ਜਿਹੜੇ ਉਸ ਚੀਜ਼ ਦੇ ਸਪੈਸ਼ਲਿਸਟ ਨੇ ਜਿਹੜੇ ਐਂਡੋਕ੍ਰਾਈਨੋਲੋਜਿਸਟ ਨੇ ਉਹਨਾਂ ਦੇ ਨਾਲ ਉਹ ਸ਼ਾਨਾ ਬਿਸ਼ਾਨਾ ਕੰਮ ਕਰਦੇ ਨੇ ਔਰ ਉਹ ਫਿਰ ਉਹ ਅੱਗੇ ਲੈ ਕੇ ਚੱਲਦੇ ਨੇ ਇਹਨੂੰ ਫੀਲਡ ਨੂੰ ਔਰ ਰਿਸਰਚ ਵਿੱਚ ਔਰ ਫਿਰ ਟ੍ਰੇਨਿੰਗ ਵਿੱਚ ਔਰ ਫਿਰ ਉਸ ਤਰ੍ਹਾਂ ਚੱਲਦੇ ਨੇ। ਔਰ ਇਹ ਦੋਨੋਂ ਹੀ ਜਿਹੜੇ ਫੀਲਡ ਨੇ ਇਹ ਲਾਜ਼ਮੋ ਮਲਜ਼ੂਮ ਨੇ ਔਰ ਐਂਡੋਕ੍ਰਾਈਨੋਲੋਜਿਸਟ ਜਿਹੜੇ ਨੇ ਉਹ ਵੀ ਜਨਰਲ ਮੈਡੀਸਨ ਦੇ ਐਂਡੋਕ੍ਰਾਈਨੋਲੋਜਿਸਟ ਜਿਹੜੇ ਨੇ ਉਹਨਾਂ ਦੇ ਬਗੈਰ ਕੰਮ ਨਹੀਂ ਕਰ ਸਕਦੇ ਔਰ ਜਿਹੜੇ GI ਹੈਪਾਟੋਲੋਜਿਸਟ ਨੇ ਉਹ ਵੀ ਇਹਨਾਂ ਕੰਸਲਟੈਂਟਸ ਦੇ ਬਗੈਰ ਉਹ ਡਿਪਾਰਟਮੈਂਟਸ ਨਹੀਂ ਚੱਲ ਸਕਦੇ ਕਿਉਂਕਿ ਜਦੋਂ ਤੁਸੀਂ ਡਿਪਾਰਟਮੈਂਟਸ ਦੇ ਵਿੱਚ ਜਾਂਦੇ ਹੋ ਤੇ ਉਹਦੇ ਵਿੱਚ ਫਿਰ ਜਨਰਲ ਮੈਡੀਸਨ ਜਿਹੜੀ ਉਹਦੀ ਐਪਲੀਕੇਸ਼ਨ ਹਰ ਡਿਪਾਰਟਮੈਂਟ ਦੇ ਵਿੱਚ ਹੁੰਦੀ ਹੈ ਔਰ ਜਨਰਲ ਮੈਡੀਸਨ ਦਾ ਜਿਹੜਾ ਕੰਸਲਟੈਂਟ ਹੁੰਦਾ ਹੈ ਉਹ ਫਿਰ ਉਸ ਡਿਪਾਰਟਮੈਂਟ ਦੇ ਵਿੱਚ ਇੱਕ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਕੰਮ ਕਰਦਾ ਹੈ ਔਰ ਫਿਰ ਉਹਦੇ ਨਾਲ ਰੀੜ੍ਹ ਦੀ ਹੱਡੀ ਦੇ ਨਾਲ ਜਿਹੜੇ ਨੇ ਉਹ ਫਿਰ ਮੁਖਤਲਿਫ ਹੱਡੀਆਂ ਜਿਹੜੀਆਂ ਨੇ ਉਹ ਫਿਰ ਉਹਦੇ ਨਾਲ ਜੜੀਆਂ ਹੁੰਦੀਆਂ ਨੇ ਔਰ ਉਹ ਫਿਰ ਕੰਮ ਚੱਲਦਾ ਰਹਿੰਦਾ ਹੈ। ਔਰ ਇਸ ਤੋਂ ਇਲਾਵਾ ਜਿਹੜੇ ਜਨਰਲ ਮੈਡੀਸਨ 'ਚ ਜਦੋਂ ਤੁਸੀਂ ਫੈਲੋਸ਼ਿਪ ਕਰਦੇ ਹੋ ਤੁਹਾਡੇ ਕੋਲ ਦੋ ਫੀਲਡ ਹੁੰਦੇ ਨੇ। ਇੱਕ ਤਾਂ ਤੁਸੀਂ ਜਿਹੜਾ ਹੈ ਉਹ ਆਪਣੀ ਜੌਬ ਵੱਲ ਜਾਂਦੇ ਹੋ, ਦੂਸਰਾ ਤੁਸੀਂ ਪ੍ਰੈਕਟਿਸ ਵੱਲ ਜਾਂਦੇ ਹੋ। ਤੇ ਅਗਰ ਤੁਸੀਂ ਜੌਬ ਵੱਲ ਜਾਣਾ ਚਾਹੁੰਦੇ ਹੋ ਤੇ ਜੌਬ ਵਿੱਚ ਤੁਸੀਂ ਟੀਚਿੰਗ ਸਿਲੈਕਟ ਕਰੋ, ਉਹਦੇ ਵਿੱਚ ਫਿਰ ਤੁਸੀਂ ਆਪਣਾ ਜਿਹੜਾ ਵੀ ਡਿਪਾਰਟਮੈਂਟ ਤੁਸੀਂ ਤੁਹਾਨੂੰ ਇੰਟਰਸਟ ਹੈ ਉਹਦੇ ਵਿੱਚ ਜਾਓ ਔਰ ਜੈਕ ਆਫ ਆਲ ਟ੍ਰੇਡਸ ਨਾ ਬਣੋ ਔਰ ਉਹਦੇ ਵਿੱਚ ਇਹ ਵੇਖ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਨੂੰ ਲਾਮੀਆਂ ਨੇ ਤੁਹਾਡੇ ਅੰਦਰ ਇੱਕ ਇੰਟਰਸਟ ਪੈਦਾ ਕੀਤਾ ਹੈ ਉਹਨੂੰ ਫੋਲੋ ਕਰੋ। ਔਰ ਦੂਸਰੇ ਉਹ ਡਾਕਟਰਸ ਨੇ ਜਿਹੜੇ ਪ੍ਰੈਕਟਿਸ ਦੀ ਰਾਹ ਲੈਂਦੇ ਨੇ ਔਰ ਉਹ ਉਹਨਾਂ ਦਾ ਕੰਮ ਹੁੰਦਾ ਹੈ ਕਿ ਉਹ ਆਪਣੇ
ਪ੍ਰਾਈਵੇਟ ਸੈਟਅਪ ਦੇ ਵਿੱਚ ਪ੍ਰੈਕਟਿਸ ਜਿਹੜੀ ਹੈ ਉਹਨੂੰ ਆਪਣੀ ਸੈੱਟ ਕਰਦੇ ਨੇ ਔਰ ਪੇਸ਼ੈਂਟਸ ਵਾਸਤੇ ਔਰ ਜਿਹੜੀ ਪ੍ਰਾਈਵੇਟ ਸੈਕਟਰ ਹੈ ਉਹਦੀ ਦੀ ਵਜ੍ਹਾ ਨਾਲ ਗਰੋ ਕਰਦਾ ਹੈ ਔਰ ਉਹ ਫਿਰ ਇੱਕ ਬਹੁਤ ਅੱਛਾ ਇੱਕ ਸੁਸਾਇਟੀ ਵਾਸਤੇ ਇੱਕ ਬਹੁਤ ਵੱਡਾ ਫਾਇਦਾ ਜਿਹੜਾ ਹੈ ਉਹ ਮੇਜਰ ਜਿਹੜਾ ਮੈਡੀਕਲ ਬਰਡਨ ਹੈ ਉਹਨੂੰ ਉਹ ਕਲੀਅਰ ਕਰਦੇ ਨੇ। ਤੇ ਤੁਸੀਂ ਜਦੋਂ ਵੀ ਆਪਣੀ ਫੀਲਡ ਦਾ ਆਪਣੀ ਸਪੈਸ਼ਲਿਟੀ ਦਾ ਆਪਣੇ ਕੈਰੀਅਰ ਦਾ ਇੰਤਖਾਬ ਕਰੋ ਤੇ ਤੁਸੀਂ ਕਲੀਅਰ ਹੈਡਡ ਹੋਵੋ ਔਰ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਅੱਗੇ ਚੱਲੋਗੇ ਤੇ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਏਗੀ। ਮੈਂ ਕੁਝ ਆਪਣੇ ਕੰਸਲਟੈਂਟਸ ਐਸੇ ਵੇਖੇ ਨੇ ਕੋਈ ਜਨਰਲ ਮੈਡੀਸਨ ਦੇ ਜਿਹੜੇ ਕਨਫਿਊਜ਼ ਹੁੰਦੇ ਨੇ, ਕਨਫਿਊਜ਼ ਬਿਲਕੁਲ ਨਹੀਂ ਹੋਵੋ। ਉਹਦੇ ਵਿੱਚ ਇਹ ਵੀ ਕਿ ਉਹਦੇ ਵਿੱਚ ਤੁਸੀਂ ਆਪਣੀ ਐਕਸੀਲੈਂਸ ਜਿਹੜੀ ਹੈ ਉਹ ਇੱਕ ਖਾਸ ਫੀਲਡ ਦੇ ਵਿੱਚ ਤੁਸੀਂ ਉਹਦੇ ਵਿੱਚ ਜਾਂ ਐਂਡੋਕਰਾਈਨੋਲੋਜੀ ਦੇ ਵਿੱਚ ਜਾਂ ਤੁਸੀਂ ਗੈਸਟ੍ਰੋਐਂਟਰੋਲੋਜੀ ਔਰ ਹੈਪੇਟੋਲੋਜੀ ਦੇ ਵਿੱਚ ਤੁਸੀਂ ਆਪਣੀ ਕਰਨੀ ਹੈ। ਅਗਰ ਤੁਸੀਂ ਅੱਗੇ ਟੀਚਿੰਗ 'ਚ ਜਾਣਾ ਚਾਹ ਰਹੇ ਹੋ, ਅਗਰ ਤੁਸੀਂ ਉਹ ਸਪੈਸ਼ਲਿਟੀ ਦੇ ਫਿਰ ਤੁਸੀਂ ਉਹ ਸਪੈਸ਼ਲਿਟੀ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ। ਲੇਕਿਨ ਅਗਰ ਤੁਸੀਂ ਟੀਚਿੰਗ ਵਿੱਚ ਨਹੀਂ ਜਾਣਾ ਚਾਹ ਰਹੇ, ਅਗਰ ਤੁਸੀਂ ਡਿਪਾਰਟਮੈਂਟਸ ਇਸਟੈਬਲਿਸ਼ ਕਰਨੇ ਨੇ, ਅਗਰ ਤੁਸੀਂ ਜਿਹੜਾ ਇਹ ਫੈਸਿਲਿਟੀ ਨੂੰ ਤੁਸੀਂ ਉਹਨੂੰ ਅਪਗ੍ਰੇਡ ਕਰਨਾ ਹੈ ਔਰ ਉਹਨੂੰ ਤੁਸੀਂ ਆਪਣਾ ਪ੍ਰੈਕਟਿਸ ਓਰੀਐਂਟਡ ਹੋਣਾ ਹੈ ਤੇ ਫਿਰ ਤੁਸੀਂ ਉਹਦੇ ਵਿੱਚ ਆਪਣੇ ਜਿਹੜੇ ਦੂਸਰੇ ਤੁਹਾਡੇ ਸਪੈਸ਼ਲਿਸਟ ਉਹਨਾਂ ਨਾਲ ਮਿਲ ਕੇ ਤੁਸੀਂ ਕੰਮ ਕਰਕੇ ਔਰ ਡਿਪਾਰਟਮੈਂਟਸ ਜਿਹੜੇ ਨੇ ਉਹ ਬਹੁਤ ਗਰੋ ਕਰ ਸਕਦੇ ਨੇ ਔਰ ਜਨਰਲ ਮੈਡੀਸਨ ਵਾਲੇ ਜਿਹੜੇ ਨੇ ਉਹ ਬਹੁਤ ਯੂਜ਼ਫੁਲ ਸਪੈਸ਼ਲਿਟੀ ਹੈ ਔਰ ਉਹ ਜਿਹੜੇ ਨੇ ਆਪਣੇ ਫੀਲਡ ਦੇ ਨਾਲ ਚੱਲ ਸਕਦੇ ਨੇ। ਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਆਪਣੀ ਜਿਹੜੀ ਸੁਜੈਸ਼ਨਸ ਨੇ ਉਹਨਾਂ ਨਾਲ ਜ਼ਰੂਰ ਆਗਾਹ ਕਰਨਾ। ਥੈਂਕ ਯੂ ਵੈਰੀ ਮਚ। अस्सलाम वालेकुम।